2 नंबर बी वाले ये है भी जेड़ा नुकसान इन्हां दा होया है कम से कम अद्धा था देना चाहिए ना। उन्हें जो 2 नंबर बी दिता है इन्हें इतनी मेहनत की है इन्हें वास्ते जेड़ा ना भी कुछ आमदनी होनी चाहिए। इंदे जी ये है जी खादा भी तो वधे ही आंदियां नूं, उस तो बाद थैलियां स्प्रे खाद जो भी है सारा मामला वधा ट्रैक्टर है वो भी वधे ही आंदे नूं। जिमींदार मार गया थां ते अगू ठेकेदार वो भी मार गया थां ते ये तू जिमींदार नूं ठेका देवन जी अगर आदे पूरे करने जी कहंदा चला 80% तो बंदे गए बिल्कुल बेकार हो गए ते जेडे 20% हैं बंदे वो ठीक हैं जिन्हां को भी अच्छी किस्म का मिला है या अच्छी कंपनी का मिला है वो नाल ही खड़े हैं वो 70-75 मन जड़न दे ते जेडे ये हैं 80% आवाम जेड़ा तोड़ पूरे सूबे जिले विच एवें ही है जी। हर पासे बंदे रुन्नी जांदे नूं भी उन्हां दे पल्ले ही शै कोई नहीं पई ठेके गए वो बीज दी वजह ते गए। अस्सलाम वालेकुम दोस्तों, मैं तुहाडा भरा मियां मोहम्मद अफजल बट्टू ते तुसीं वेखदे पे हो डिजिटल किसान पाकिस्तान। किसान वीर भराओ बैक साइड ते जनाब फसल है हाईब्रिड मुंजी दी ते नाल मेरे मौजूद है मेरा कज़न फखरयाद भट्टू साहब। उहदे कोल पुछने हैं भी किन्ने किले उन्हां लाई है ते फसल दी जिहड़ी मौजूदा हालत है वो अपने ज़बानी अपने किसान वीर भराओं दसदे ने किन्ना खर्चा कीता है किन्ना बीज दे पैसे भरे ने ते हुण जनाब उन्हां हत्थ लवा दिता है ते हत्थ लवाउण दी वजह उन्हां कोल मालूम करने हैं ते आओ सारियां गल्लां पुछने हैं फखर भाई तू भी किसानां दी जिहड़ी है ढूई टुट गई है ते मेरा ख्याल है फखरयाद दा भी काफ़ी नुकसान होया है ते पुछने टोटल किन्ने किले हैगे ने ते पूरी तफसील लेने। आओ चलिए गल करिए। फखर भाई ਇਹ ਜਿਹੜੀ ਵੈਰਾਈਟੀ ਦੱਸੀ ਨੇ 126 ਇਹ ਕਿੰਨੇ ਕਿੱਲੇ ਹੈ ਤੇ LP2 ਕਿੰਨੇ ਏਕੜ ਹੈ? ਇਹ 5 ਏਕੜ ਹੈ 126 ਗਾਰਡ ਦਾ ਤੇ LP2 ਜਿਹੜਾ ਨਾ ਉਹ 10 ਏਕੜ ਹੈ। ਉਹ ਵੀ ਗਾਰਡ ਕੰਪਨੀ ਦਾ ਹੀ ਹੈ? ਉਹ ਵੀ ਗਾਰਡ ਕੰਪਨੀ ਦਾ। ਮਤਲਬ ਕੰਪਨੀ ਪਿੱਛੇ ਇੱਕ ਹੀ ਹੈ ਨਾ ਚੇਂਜ ਹੈ? ਨਾ ਚੇਂਜ ਹੈ ਜੀ। ਵੈਰਾਈਟੀਆਂ ਜਿਹੜਾ ਨਾ ਜਿਸ ਤਰੀਕੇ LP18 ਹੈ LP2 ਹੈ LP26 ਉਹਨਾਂ ਐਡਵਾਂਸ ਵੈਰਾਈਟੀ ਕੱਢੀ ਹੈ। ਉਹਨਾਂ ਨੇ ਆਖਿਆ ਵੀ ਇਹਦੀ ਜਿਹੜੀ ਨਾ ਜਿਹੜੀ ਬਰਦਾਸ਼ਤ ਹੈ ਨਾ ਉਹ ਕਾਫੀ ਹੱਦ ਤੱਕ ਅੱਛੀ ਹੈ ਤੇ ਜਿਹੜਾ ਨਾ ਝਾੜ ਵੱਲੋਂ ਸਾਨੂੰ 160 ਜਿਹੜਾ ਨਾ ਪਲੱਸ ਐਵਰੇਜ ਦੇ ਮਤਲਬ ਵੀ ਬਰਦਾਸ਼ਤ ਜਿਹੜੀ ਹੈ ਨਾ ਫਸਲ ਨੇ ਤਾਂ ਆਪਣੀ ਵਿਖਾ ਦਿੱਤੀ ਹੈ। ਹੁਣ ਤਾਂ ਜ਼ਮੀਂਦਾਰਾਂ ਦੀ ਬਰਦਾਸ਼ਤ ਹੈ ਜਿਹੜੇ ਵਿਚਾਰੇ ਹੁਣ 2 ਟੱਕਾ ਵੇਚ ਕੇ ਤੇ ਅਗਲੀ ਫਸਲ ਲਗਾਉਣਗੇ ਤੇ ਬਹੁਤ ਮਿਹਰਬਾਨੀ ਜੀ ਅੱਲਾਹ ਤਾਲਾ ਤੁਹਾਡੇ ਰਿਜ਼ਕ 'ਚ ਬਰਕਤ ਅਤਾ ਫਰਮਾਵੇ। ਲੇਕਿਨ ਇਹ ਜਿਹੜੇ ਆਰ ਲੱਗਦੇ ਪਏ ਨੇ ਇਹ ਤੇ ਜ਼ਮੀਂਦਾਰਾਂ ਦੀ ਇਹਦੇ ਜ਼ਿੰਮੇਦਾਰ ਜਿਹੜਾ ਮਹਿਕਮਾ ਜ਼ਰਾਅਤ ਹੈ ਤੇ ਨਾਲ ਹੀ ਦੂਸਰਾ ਸੀਡ ਕਾਰਪੋਰੇਸ਼ਨ ਵੀ ਹੈ ਜਿਨ੍ਹਾਂ ਨੇ ਸੀਡ ਜਿਹੜੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਦਾ ਮਤਲਬ ਇਹਨੇ ਨਿਗਰਾਨੀ ਨਹੀਂ ਰੱਖੀ ਤੇ ਜ਼ਮੀਂਦਾਰਾਂ ਤੱਕ ਇਹ 2 ਨੰਬਰ ਬੀਜ ਪਹੁੰਚੇ। ਅਸਲ ਕਸੂਰਵਾਰ ਗਵਰਨਮੈਂਟ ਹੈ। ਤੁਸੀਂ ਇਹ ਵੇਖੋ ਨਾ ਅਗਰ ਗਵਰਨਮੈਂਟ ਦੀਆਂ ਅੱਛੀਆਂ ਪਾਲਿਸੀਆਂ ਹੋਣ ਤੇ ਕਦੇ ਵੀ 2 ਨੰਬਰੀ ਬੀਜ ਨਾ ਆਵੇ ਮੁਲਕ ਦੇ ਵਿੱਚ ਦਾਖਲ ਹੀ ਨਾ ਹੋਵੇ ਕਦੇ ਕੋਈ ਵੀ ਜਿਹੜਾ ਨਾ ਸ਼ੌਪ ਵਾਲਾ 2 ਨੰਬਰੀ ਤੁਹਾਨੂੰ ਜਿਹੜਾ ਨਾ ਇਹ ਬੀਜ ਹੀ ਨਾ ਦੇਵੇ। ਦੂਸਰੇ ਨੰਬਰ ਤੇ ਤੁਹਾਨੂੰ ਜਿਹੜਾ ਨਾ ਜਿਹੜਾ ਅਦਵਿਆਤ ਉਹ ਹੀ ਤੁਹਾਨੂੰ 2 ਨੰਬਰ ਨਾ ਮਿਲਣ। ਤੁਸੀਂ ਇਹ ਵੇਖੋ ਨਾ ਵੀ ਆਪਾਂ ਦਵਾਈਆਂ ਅਗਰ ਪਾਈ ਜਾਂਦੇ ਜਾਂ ਕੋਈ ਚੀਜ਼ ਵੀ ਪਾਈ ਜਾਂਦੇ ਹੈ ਤੇ ਉਹਦੇ 'ਚ ਉਹਨਾਂ ਫਰਜ਼ ਕਰੋ ਵੀ ਆਪਾਂ ਤਾਂ ਕੁਝ ਵੀ ਨਹੀਂ ਕਰ ਸਕਨੇ। ਆਪਾਂ ਅਗਰ ਇੰਨਾ ਮਾਫੀਆ ਮਜ਼ਬੂਤ ਹੈ ਵੀ ਆਪਾਂ DAP ਲੈਣੇ ਜਾਂ ਆਪਾਂ ਕੋਈ ਅਦਵਿਆਤ ਲੈਣੇ ਹੈ ਤੇ ਅਗਰ ਕੋਈ ਵੀ ਆ ਤਾਂ ਉੱਤੋਂ ਜਿਹੜਾ ਨਾ ਐਪਲੀਕੇਸ਼ਨ ਦੇਣੇ ਹੈ ਤਾਂ ਉਹ ਆ ਤੇ ਸੈਂਪਲ ਚੈੱਕ ਕਰਦੇ ਨੂੰ ਤੇ ਉਹ ਸੈਂਪਲ ਜਿਹੜਾ ਨਾ ਉਹ ਦੁਕਾਨਦਾਰ ਤੇ ਪਰਚਾ ਉਸੀ ਕੰਪਨੀ ਤੇ ਨਹੀਂ ਆਉਣਾ। ਗਵਰਨਮੈਂਟ ਨੇ ਰੂਲ ਇਹ ਬਣਾਇਆ ਹੋਇਆ ਵੀ ਕੰਪਨੀ ਨੂੰ ਤਾਂ ਤੁਸੀਂ ਪੁੱਛ ਹੀ ਨਹੀਂ ਸਕਦੇ ਨੇ। ਮਤਲਬ ਮਾਫੀਆ ਜਿਹੜੇ ਮਗਰਮੱਛ ਨੂੰ ਉਹ ਆਜ਼ਾਦ ਹੈਗੇ ਨੇ ਤੇ ਦੁਕਾਨਦਾਰ ਛੋਟੀ ਮੋਟੀ ਦੁਕਾਨ ਵਾਲਾ ਫਸ ਜਾਂਦਾ। ਦੁਕਾਨ ਉਹਨਾਂ ਕੋਲ ਸਾਰੀਆਂ ਇਨਵਾਇਸਾਂ ਹਨ ਸਾਰਾ ਕੁਝ ਹੈ ਉਹਨਾਂ ਕੋਲ ਪੂਰੀ ਬਿਲਟੀ ਦੇ ਕਾਗਜ਼ਾਤ ਹਨ ਹਰ ਚੀਜ਼ ਦੇ ਡਾਕੂਮੈਂਟ ਹਨ। ਉਹ ਉਹਨਾਂ ਨੂੰ ਜਿਹੜਾ ਨਾ ਕੰਪਨੀਆਂ ਦੀ ਤੁਸੀਂ ਇਹ ਪਕੜੋ ਇਹ 2 ਨੰਬਰੀ ਕਰਦੇ ਪਏ ਅਸੀਂ ਤਾਂ ਬਿਲਕੁਲ ਜਿਹੜਾ ਨਾ ਸ਼ਫਾਫ ਕੰਮ ਕਰ ਰਹੇ ਹਾਂ। ਲੇਕਿਨ ਸਵਾਲ 2 ਹੀ ਪੈਦਾ ਹੁੰਦੇ ਨੇ ਕੰਪਨੀਆਂ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ 2 ਨੰਬਰੀ ਵਿੱਚ ਤੇ ਡੀਲਰ ਹਜ਼ਰਾਤ ਜਿਹਨਾਂ ਆਪਾਂ ਨੂੰ ਸੀਡ ਦਿੱਤਾ ਹੈ ਉਹ ਵੀ ਸ਼ਾਮਲ ਹੋ ਸਕਦੇ ਨੇ। ਉਹਨਾਂ ਨੂੰ ਪਤਾ ਹੈ ਵੀ ਬੀਜ 'ਚ 20,000 ਦਾ 1 ਕਿੱਲੇ ਦਾ ਵਿਕਦਾ ਪਿਆ ਹੈ ਤੇ ਅਸੀਂ ਅਗਰ ਕੋਈ 100 ਬੈਗ ਵੀ ਵੇਚਣੇ ਹੈ ਤਾਂ ਕਮ ਸੇ ਕਮ ਲੱਖਾਂ ਦੀ ਤਾਦਾਦ ਕਰੋੜਾਂ ਤੱਕ ਨਾ ਪਹੁੰਚ ਜਾਣ ਆਪਣੇ ਮੁਨਾਫੇ 'ਚ। ਸਭ ਤੋਂ ਵੱਡੀ ਮੈਂ ਤਾਂ ਜੀ ਉਸ ਮਾਫੀਆ ਨੂੰ ਨਹੀਂ ਗਿਣਨਾ ਮੈਂ ਤਾਂ ਉਸ ਮਾਫੀਆ ਨੂੰ ਗਿਣਨਾ ਜਿਹੜੀ ਗਵਰਨਮੈਂਟ ਨੇ ਨਾ ਜੀ ਜਿਹੜੇ ਆਪਣੇ ਕੋਲ ਜਿਹੜਾ ਨਾ ਤੁਸੀਂ ਵੇਖਣਾ ਵੀ ਆਪਣੇ AC ਬੈਠਣ DC ਬੈਠਣ ਜਿਹੜੇ ਫਰਜ਼ ਕਰੋ ਵੀ ਆਪਣਾ ਗੰਦਮ ਨਾ ਦੇਈਏ ਆਪਾਂ ਫਰਜ਼ ਕਰੋ ਹੋਰ ਕੋਈ ਚੀਜ਼ ਨਾ ਦੇਈਏ ਤਾਂ ਆਪਣੇ ਘਰੋਂ ਆ ਤੇ ਗੰਦਮ ਵੀ ਕੱਢਦੇ ਨੂੰ ਤੇ ਹਰ ਜਗ੍ਹਾ ਤੇ ਤਲਾਸ਼ ਕਰਦੇ ਨੂੰ ਉਹਨਾਂ ਨੂੰ ਨਾਲ 2 ਸਿਪਾਹੀ ਹੁੰਦੇ ਨੇ ਉਹਨਾਂ ਨੂੰ ਕੀ ਹੱਕ ਹੈ ਵੀ ਆਪਣੇ ਫਰਜ਼ ਕੋ ਡੇਰਿਆਂ ਤੇ ਆਵਣ। ਠੀਕ ਹੈ ਹੁਣ ਤੁਸੀਂ ਇਹ ਵੇਖ ਲਓ ਜਦੋਂ ਆਪਾਂ ਨੂੰ ਇੱਕ ਚੀਜ਼ ਦੀ ਜ਼ਰੂਰਤ ਹੈ ਤੇ ਉਹਨਾਂ ਨੂੰ ਇਹ ਸਾਰਾ ਇਲਮ ਹੈ ਜਿਹੜਾ ਉਹ ਸਾਰਾ ਕੁਝ ਲੈ ਚੁੱਕੇ ਨੇ ਨਾ ਉਹਨਾਂ ਨੇ ਇਲਮ ਹੈ ਉਹ ਇਸ ਚੀਜ਼ ਦਾ ਹਰ ਚੀਜ਼ ਦਾ ਉਹਨਾਂ ਨੂੰ ਪਤਾ ਹੈ ਵੀ ਆ 2 ਨੰਬਰੀ ਹੋਈ ਹੈ ਤੇ ਬਸ ਉਹ ਖਾਮੋਸ਼ ਨੂੰ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਅਹਿਸਾਸ ਨਹੀਂ ਹੈਗਾ। ਸਾਡਾ ਕਿਸਾਨ ਡੁੱਬੇ ਮਰੇ ਜੋ ਚੀਜ਼ ਕਰੇ ਤੇ ਉਹ ਤਾਂ ਬਸ ਆਦਾ ਜਿਹੜਾ ਨਾ ਉਹਨਾਂ ਤੇ ਅਗਰ ਗਵਰਨਮੈਂਟ ਠੀਕ ਹੈ ਤੇ ਤੁਸੀਂ ਇਹ ਵੇਖੋ ਨਾ ਵੀ ਤੁਹਾਡਾ ਮੁਲਕ ਹੀ ਖੁਸ਼ਹਾਲ ਹੈ।
ਇਹ ਜੇ ਬੰਦੇ ਜਿਹੜਾ ਇਹ ਜਾਂ ਮਾਫੀਆ ਜਿਹੜਾ ਹੈ ਨਾ ਉਹ ਤੁਹਾਡੇ ਮੁਲਕ ਵਿੱਚ ਤੁਹਾਡੇ ਦੁਕਾਨਾਂ ਸੋਚ ਵੀ ਨਹੀਂ ਸਕਦਾ। ਤੇ ਜਿੰਨੀ ਦੇਰ ਇਹ ਨਾ ਠੀਕ ਹੋਇਆ ਉਨੀ ਦੇਰ ਇੱਕ ਨਾ ਇੱਕ ਜਿਹੜਾ ਨਾ ਤੁਹਾਡੀ ਫਸਲ ਬਰਬਾਦ ਹੁੰਦੀ ਰਹੀ ਸੀ। ਲੇਕਿਨ ਵਕਤ ਉਹ ਆਵੇਗਾ ਜਦੋਂ ਆਪਣੇ ਕੋਲ ਕੱਖ ਨਹੀਂ ਬਚੇਗਾ ਤੇ ਫਿਰ ਹਾਲਾਤ ਖਰਾਬ ਹੋਣਗੇ। ਇਨਸ਼ਾਅੱਲਾ ਅੱਲਾਹ ਤਾਲਾ ਜਿਹੜਾ ਨਾ ਇਹ ਜ਼ਰੂਰ ਜਿਹੜੇ ਨਾ ਵੀ ਇਹ ਜਿਹੜਾ ਗੰਦ ਹੈ ਨਾ ਉਹਦਾ ਸਫਾਇਆ ਕਰੋ, ਚਾਹੇ ਅਸੈਂਬਲੀ 'ਚ ਬੈਠਾ ਹੈ, ਚਾਹੇ ਤੁਹਾਡੇ ਤਹਿਸੀਲ ਲੈਵਲ 'ਤੇ ਬੈਠਾ ਹੈ, ਜ਼ਿਲ੍ਹੇ ਲੈਵਲ 'ਤੇ ਬੈਠਾ ਹੈ, ਤੁਹਾਡੇ ਜਿਹੜਾ ਨਾ ਡਿਵੀਜ਼ਨ ਲੈਵਲ 'ਤੇ ਬੈਠਾ, ਅੱਲਾਹ ਤਾਲਾ ਜਿਹੜਾ ਨਾ ਉਹਨਾਂ ਨੂੰ ਇਹ ਜੇ ਕਾਲੀਆਂ ਭੇਡਾਂ ਨੂੰ ਬਰਬਾਦ ਕਰਸੀ ਇਨਸ਼ਾਅੱਲਾ, ਤਬਾਹ ਬਰਬਾਦ ਕਰਸੀ ਤੇ ਅੱਲਾਹ ਤਾਲਾ ਜਿਹੜਾ ਨਾ ਅੱਛੇ ਇਨਸਾਨ ਅੱਗੇ ਆਵਣਗੇ ਜੀ। ਅੱਗੇ ਬਹੁਤ ਮਿਹਰਬਾਨੀ ਜੀ ਫਕਰ ਭਾਈ, ਤੁਸੀਂ ਸਾਨੂੰ ਅਗਾਹ ਕੀਤਾ ਵੀ 126 ਤੇ LP2 ਉਹਨੇ ਆਪਣਾ ਤਾਂ ਮਤਲਬ ਨਾ ਕੰਮ ਤਮਾਮ ਕਰ ਦਿੱਤਾ, ਆਪਣੀ ਤਾਂ ਢੂਈ ਤੋੜ ਦਿੱਤੀ ਹੈ। ਆਪਾਂ ਤਾਂ ਕੋਈ 4 ਸਾਲ ਹੋਰ ਪਿੱਛੇ ਹੋ ਗਏ ਤੇ ਮੇਰਾ ਖਿਆਲ ਹੈ ਵੀ ਇਹ ਹਾਲਾਤ ਪੂਰੇ ਮੁਲਕ ਦੇ ਚੱਲਦੇ ਪਏ ਨੇ। ਤੇ ਜਿੱਥੇ ਕੋਈ ਇੱਕਾ ਦੁੱਕਾ ਕੋਈ ਚੰਦ ਵੀ 1 ਨੰਬਰ ਲੱਭ ਗਏ ਨੇ ਉੱਥੇ ਹੁਣ ਉਹਨਾਂ ਦਾ ਕੰਮ ਹੈ ਵੀ ਉਹ ਉੱਥੇ ਜਾ ਕੇ ਫੋਟੋਗ੍ਰਾਫੀ ਕਰਾਉਂਦੇ ਪਏ ਨੇ, ਫੋਟੋ ਚਕਾਉਂਦੇ ਨੇ। ਵੇਖੋ ਜੀ ਸਾਡੀ 100+ ਪੇ ਜੜਦੀ ਹੈ ਤਾਂ ਕਿ ਅਗਲੇ ਸਾਲ ਵਾਸਤੇ ਜ਼ਿਮੀਂਦਾਰਾਂ ਨੂੰ ਲੁੱਟਿਆ ਜਾਵੇ, ਦੁਬਾਰਾ ਬੁੱਕ ਕਰੀਏ, ਫਿਰ ਬੁੱਕ ਕਰੀਏ। ਤੇ ਜਿੱਥੇ ਜ਼ਿਆਦਾ ਮਤਲਬ ਇਹ ਹਾਲਾਤ ਹੋਏ ਪਏ ਨੇ, ਖਰਾਬ ਹੋਏ ਪਏ ਨੇ, ਇੱਧਰ ਆ ਕੇ ਪੁੱਛਦੇ ਨਹੀਂ। ਤੇ ਚਲੋ ਜੀ ਦੋਸਤੋ, ਉਹ ਵੈਰਾਈਟੀ ਪਿਛਲੀ ਜਿਹੜੀ ਹੈ ਨਾ 133 ਤੁਸੀਂ ਜਾਂ KS 282 ਜਿਹੜੇ ਨਾ ਅਜ਼ਮੂਦਾ ਤੁਸੀਂ ਪਹਿਲੇ ਵੈਰਾਈਟੀਆਂ ਇਸਤੇਮਾਲ ਕਰਦੇ ਨੇ ਨਾ, ਅਗਰ ਤੁਸੀਂ ਲਾਉਣਾ ਹੀ ਹੈ ਤੇ ਤੁਸੀਂ ਉਹ ਲਗਾਓ ਤੇ ਤੁਹਾਨੂੰ ਅੰਦਰ ਨਾ ਜੀ ਕੋਈ ਪ੍ਰੋਬਲਮ ਨਹੀਂ, ਕੋਈ ਕੁਝ ਨਹੀਂ, ਤੁਸੀਂ ਆਰਾਮ ਨਾਲ ਜਿਹੜਾ ਨਾ ਤੁਹਾਡਾ ਜਿਹੜਾ ਨਾ 65-70 ਜੀ ਜਿਹੜੀ ਹੈ ਨਾ ਉਹ ਐਵਰੇਜ ਉਹ ਅੱਛੀ ਆ ਜਾਸੀ। ਇਹਦਾ ਇੰਨਾ ਪੈਸਾ ਭਰਨ ਦੇ ਨਾਲੋਂ ਇੰਨਾ ਖਰਚਾ ਕਰਨ ਨਾਲੋਂ ਉਹ ਬਿਹਤਰ ਹੈ ਵੀ ਤੁਸੀਂ ਉਸ ਵੈਰਾਈਟੀ ਵਾਲੇ ਪੁਰਾਣੀ ਵੈਰਾਈਟੀ ਵਾਲੇ ਜ਼ਿਆਦਾ ਰਵਾਇਤੀ ਫਸਲਾਂ ਲਾਈਏ, ਆਪਣੇ ਪੁਰਾਣੇ ਇਹਨਾਂ ਦੇ ਹਾਈਬ੍ਰਿਡ ਦੀ ਚੁੰਡ ਛੜੀਏ, ਹਾਈਬ੍ਰਿਡ ਦੀ ਚੁੰਡ ਛੜੀਏ ਜੀ, ਇਹ ਸਿਰ ਲੈਂਦੇ ਨੂੰ ਜੀ। ਉਮੀਦ ਹੈ ਵੀ ਦੋਸਤ ਇਸ ਵਾਰੀ ਜਿਹੜਾ ਹੈ ਨਾ ਸਬਕ ਸਿੱਖ ਗਏ ਹੋਣਗੇ ਤੇ ਜੇ ਅਗਰ ਇਹੀ ਮਾਮਲਾ ਰਿਹਾ ਤਾਂ ਫਿਰ ਬਾਕੀ ਅਗਲੇ ਸਾਲ ਹਾਈਬ੍ਰਿਡ ਮੀਆਂ ਜੀ ਤੇ ਐਲਾਨ 8 ਕਿੱਲਿਆਂ ਦਾ ਕੀਤਾ ਹੈ, ਕਈ ਜਗ੍ਹਾ ਹਰ ਜਗ੍ਹਾ ਲੋਕੀ ਕਟਾ ਰਹੇ ਹੱਥਾਂ ਤੇ। ਅੱਛਾ, ਹੈਗਾ ਮਾਲ ਵੀ ਨਹੀਂ ਖਾਂਦਾ ਪਿਆ, ਪਤਾ ਨਹੀਂ ਬੀ ਉਹਨਾਂ ਦਿੱਤਾ ਕਿ ਜਿਸ ਦੋ ਇੱਥੇ ਆਂਦੇ ਨਾ ਆਪਣੇ ਕੋਲ ਮੀਟਿੰਗਾਂ ਕਰਦੇ ਨਾਲ 130 ਮਣ ਤੋਂ ਥੱਲੇ ਜੜੇ ਦੀ ਤੇ ਅਸੀਂ ਜ਼ਿੰਮੇਦਾਰ ਉਹਨਾਂ ਦੇ। ਅੱਛਾ, ਮਤਲਬ ਗਰਮੀ ਦੀ ਹੈ ਗਰੰਟੀ ਨਾਲ ਇੱਥੇ ਮੀਟਿੰਗਾਂ ਕਰਦੇ ਨੂੰ ਆਦ ਦੁੱਧ ਸੋਡੇ ਪੀਂਦੇ ਨੂੰ ਚਾਹਾਂ ਪੀਂਦੇ ਨੂੰ ਆਦ ਉਹੀਓ ਬੀ ਜਿਹੜਾ ਇੱਥੋਂ ਫਾਲਤੂ ਚਾਹ ਪੈਕ ਕਰ ਥੈਲੀਆਂ ਬੰਦਿਆਂ ਦੇ ਦਿੰਦੇ। 70,000 ਰੁਪਇਆ ਖਰਚਾ 1 ਕਿੱਲੇ ਤੇ, ਖਰਚਾ ਠੇਕੇ ਤੋਂ ਬਗੈਰ। ਇਹ 10 ਮਣ ਵੀ ਨਹੀਂ ਜੜਦੇ ਪਏ, ਮਾਲ ਵੀ ਨਹੀਂ ਖਾਂਦਾ ਪਿਆ, ਬੰਦੇ ਵੀ ਨਹੀਂ ਹੁਣ ਵੱਢਦੇ ਪਏ। ਮਾਲ ਤਾਂ ਕੁਛ ਨਾ ਕੁਛ ਖਾਸੀ ਦਾ ਹੁਣ ਆਪਾਂ ਲਈ ਜੋ ਜਾਣੇ ਬਈ ਮੰਦਾ ਚੰਗਾ ਢਿੱਡ ਭਰਾਈ ਹੈ ਨਾ ਜੀ, ਗੁਜ਼ਾਰਾ ਹੀ ਹੈ ਜਿਹੜਾ ਉਹਨੇ ਕਰਨਾ ਵਿਚਾਰੀ। ਸਹੀ, ਤੇ ਇਹ ਹੱਟ ਤੇ ਜਿਹੜਾ ਉਸੇ ਤੇ ਬੜੇ ਪਿੰਡਾਂ ਬਣਦੇ ਨੇ ਵਿਆਹ ਇੰਨੇ ਜੜਨ ਦੇ ਆਈ ਹੁਣ ਮੱਥੇ ਹੀ ਨਹੀਂ ਪਰ ਲੱਗਦੇ ਉਦਾਂ ਦੇ ਕਿਸੇ ਦੇ ਵੀ, ਸਾਡੇ ਨਹੀਂ ਕਿਸੇ ਦੇ ਵੀ ਨਹੀਂ। ਕਹਿੰਦਾ ਚੱਲ ਵੀ 80% ਤਾਂ ਬੰਦੇ ਗਏ ਬਿਲਕੁਲ ਬੇਕਾਰ ਹੋ ਗਏ ਤੇ ਜਿਹੜੇ 20% ਨੇ ਬੰਦੇ ਉਹ ਠੀਕ ਹਨ, ਜਿਨ੍ਹਾਂ ਨੂੰ ਕੋਈ ਅੱਛੀ ਕਿਸਮ ਦਾ ਮਿਲਾ ਹੈ ਜਾਂ ਅੱਛੀ ਕੰਪਨੀ ਦਾ ਮਿਲਾ ਹੈ ਉਹ ਨਾਲ ਹੀ ਖੜੇ ਹਨ, ਉਹ 70-75 ਮਣ ਜੜਨ ਦੇ। ਤੇ ਜਿਹੜੇ ਇਹ ਹਨ 80% ਆਵਾਮ ਜਿਹੜਾ ਤੋੜ ਪੂਰੇ ਸੂਬੇ ਜ਼ਿਲ੍ਹੇ ਵਿੱਚ ਐਵੇਂ ਹੀ ਹੈ ਜੀ, ਹਰ ਪਾਸੇ ਬੰਦੇ ਰੁੰਨੀ ਜਾਂਦੇ ਨੂੰ ਵੀ ਉਹਨਾਂ ਦੇ ਪੱਲੇ ਹੀ ਸ਼ੈਂਕ ਹੋਣੀ ਪਈ, ਠੇਕੇ ਗਏ ਉਹ ਬੀਜ ਦੀ ਵਜ੍ਹਾ ਤੇ ਗਏ। ਜਿਹੜਾ 2 ਨੰਬਰ ਬੀ ਹੈ ਫਸਲ ਤੇ ਗਰਮੀ ਦੀ ਹੈ ਜੀ, ਇਹ ਹਾਈਬ੍ਰਿਡ ਉਸੇ ਤੋਂ ਆਉਂਦੇ ਨੇ 130 ਮਣ 35 ਮਣ ਜੜਨ ਦੇ, ਫੁੱਲ ਗਰਮੀ ਦੀ ਹੋਏਗੀ ਹੈ ਉਸੇ ਵਿਸਾਖ ਲੁਆਖ ਹੁੰਦੇ ਨੇ, ਹੁਣ ਉਹ ਲੱਭਦੇ ਹੀ ਨਹੀਂ ਪਏ ਸਾਰੇ ਬੰਦਿਆਂ ਦੇ ਜੀ, ਜਿਹੜਾ ਬੇੜੇ ਗਰਕ ਹੋ ਗਏ। ਆਹ ਨਾਲ ਦੀ ਲੈਂਡ ਖੜੀ ਵੇਖ ਲਓ ਜਿਨ੍ਹਾਂ ਦੇ 20 ਵੱਲ ਹੈ ਉਹ ਕੋਈ 70 ਮਣ ਦੀ ਉਮੀਦ ਹੈ ਜੜ ਜਾਸੀ, ਤੇ ਜਿਹੜੀ ਕਿਸੇ ਦਿੱਤਾ ਕਿਸੇ ਨੇ ਚੰਗਾ। ਇਹ ਸਾਰੇ ਠੱਗ ਹੈ, ਇਹਨਾਂ ਬੰਦਿਆਂ ਨੂੰ ਠੱਗ ਤੇ ਆਹ ਲਾ ਦੇ 20-20 ਹਜ਼ਾਰ ਦਾ ਕਿੱਲੇ ਦਾ ਬੀਜ ਦਿੱਤਾ ਇਹਨੇ, ਉਹਦੇ 'ਚ 20 ਹਜ਼ਾਰ ਦਾ ਬੀਜ ਦਾ ਹੀ ਨਹੀਂ ਪਾਉਂਦੇ, ਜਿਹੜਾ ਬਾਕੀ 70-80 ਹਜ਼ਾਰ ਖਰਚਾ ਉਹ ਅਲੱਗ ਗਿਆ। ਇਹ ਜੀ ਤੁਸੀਂ ਮਿਹਰਬਾਨੀ ਕਰੋ ਇਹਨਾਂ ਨਾਲ ਕੋਈ ਮਨ ਚੰਗ ਕਰੋ ਵੀ ਕਿਉਂ ਐਵੇਂ ਕਰਦੇ ਨੇ, ਜ਼ਰਾਇਤ ਨਾ ਹੋਈ ਤਾਂ ਪਾਕਿਸਤਾਨ ਤਾਂ ਫਿਰ ਤਬਾਹ ਹੈ ਜੀ। ਇਹ ਚਾਵਲ ਹੀ ਨਹੀਂ ਲੱਭਣਾ ਬੰਦਿਆਂ ਨੂੰ, ਭਾਵੇਂ 300 ਹੁਕੂਮਤ ਇਹ ਛੱਡ ਜਾਸੇ ਜੀ, ਠੇਕੇਦਾਰ ਰਹਿਣ ਜਾਂ ਜ਼ਿਮੀਂਦਾਰ ਰਹਿਣ ਜਾਂ ਭਾਈ ਜਿਹੜੇ ਵੀ ਜ਼ਰਾਇਤ ਦਾ ਕਰਦੇ ਨੂੰ ਇਹ ਛੱਡ ਕੇ ਤੇ ਫਿਰ ਜ਼ਰਾਇਤ ਤਾਂ ਹੋਣੀ ਨਹੀਂ ਤੇ ਮੁੜ ਪਾਕਿਸਤਾਨ ਕਿੱਲਤ ਹੀ ਕਿੱਲਤ ਹੈ। ਕਿਹੜੀ ਸ਼ੈ ਦੀ ਇਸ ਤਰ੍ਹਾਂ ਹੋਵੇ ਤਾਂ ਕਿਵੇਂ ਕਰਨੀ ਹੈ ਜੀ, ਜਿਹੜੀ ਉਹਨਾਂ ਦੇ ਨਾਲ 6 ਮਹੀਨੇ ਬੁਰੀ ਹੋ ਗਈ ਹੈ। ਸਹੀ ਬਾਤ ਹੈ, ਫਿਰ ਬਾਹਰੋਂ ਇਹਨਾਂ ਨੂੰ ਮੰਗਾਵਣੀ ਪੈਸੇ ਤੇ ਬਾਹਰੋਂ ਚਾਵਲ ਜਾਂ ਕਣਕ ਲਾਉਣ ਵਾਸਤੇ ਪੈਸੇ ਵੀ ਕੋਈ ਨਹੀਂ ਹੋਣੇ। ਆਪਣੇ ਜਿਹੜਾ ਚਾਵਲ ਨਹੀਂ ਲੱਭਣਾ ਬਾਹਰੋਂ ਵੀ ਕਿਹ ਜਾਵੇ, ਪਾਕਿਸਤਾਨ ਜਿਹੜਾ ਚਾਵਲ ਸਾਰੇ ਐਵੇਂ ਪੋਟ ਹੀ ਇਹਨਾਂ ਦੇ। ਤੇ ਮੱਝਾਂ ਵਾਸਤੇ ਵੜ ਤੇ ਲੋਕੀ ਵਢਾਈ ਆਂਦਾ, ਜ਼ਮੀਨਾਂ ਖਾਲੀ ਕਰਾਈ ਆਂਦਾ ਵੀ ਚਲੋ ਇਹ ਫਸਲ ਮਾਰੀ ਗਈ, ਅਗਲੀ ਫਸਲ ਨੂੰ ਕਿਹੜਾ ਕੋਸ਼ਿਸ਼ ਕਰੀਏ ਕੱਢਣ ਦੀ ਬਜਾਏ ਵੀ ਕਿਹੜਾ ਚਲੋ ਆਦਾ ਕੋਈ ਮਾਮਲਾ ਸਿੱਧਾ ਹੋਵੇ। ਤੇ ਜਿਸ ਤਰੀਕੇ ਕਾਸਮ ਭਾਈ ਕਹਿੰਦੇ ਪਏ ਨੇ ਉਹ ਸਾਹਮਣੇ ਲਾਏ ਨੇ ਵੀ ਬਰਾਬਰ ਹੀ ਲੱਗੀ ਹੈ। ਆਓ ਚਲੀਏ ਜ਼ਰਾ ਆਪਾਂ ਵਿਜ਼ਿਟ ਕਰੀਏ। ਹਾਂ ਤੇ ਬਰਾਬਰ ਲੱਗੀ ਹੈ ਤੇ ਉਹਨੂੰ ਵੇਖਨੇ ਆ ਵੀ ਬਸ ਮੁਖਤਲਿਫ ਲੋਕਾਂ ਕੋਲ ਉਹਨਾਂ ਲਿਆ ਹੈ ਜਿਹਦੀ ਵਜ੍ਹਾ ਨਾਲ ਕੋਈ 1 ਨੰਬਰ ਵੀ ਆਇਆ ਹੈ। ਤੇ ਹੁਣ ਅੰਦਾਜ਼ਾ ਲਾ ਲਓ ਵੀ ਇਹਨੂੰ ਇਹਦੇ ਪੱਲੇ ਕੱਖ ਵੀ ਨਹੀਂ ਹੈਗਾ ਤੇ ਚਾਵਲ ਹੀ ਕੋਈ ਨਹੀਂ ਹੈਗਾ। ਤੇ ਅਹਿਮਦ ਭਾਈ ਤੁਸੀਂ ਮੈਨੂੰ ਦੱਸੋ
ਜੀ ਬਾਈ ਤੁਹਾਡੇ ਜ਼ਾਤੀ ਕਿੰਨੇ ਹੋਏ ਨੇ ਖਰਾਬ? ਰਾਤੀ ਹੋ ਗਏ 10-15 ਕਿੱਲੇ ਜੀ। 10-15 ਕਿੱਲੇ ਤੁਹਾਡੇ ਵੀ ਹੋ ਗਏ ਨੇ। ਹਾਂਜੀ ਇਹ ਹੁਣ ਚੈੱਕ ਕਰੋ ਜੀ, ਖਾਦਮ ਜਿਹੜਾ ਹੈ ਇਹ ਵੱਢ ਕੇ ਲੈ ਜਾਂਦਾ ਪਿਆ ਤੇ ਇਹਨੂੰ ਵੀ ਹੁਣ ਪੱਠੇ ਨਹੀਂ ਵੱਢਣੇ ਪੈਂਦੇ ਪਏ। ਕਿਸਾਨ ਵੀਰ ਭਰਾਓ, ਇੱਕ ਆਹ ਲਾਈਨ ਹੈ, ਆ ਦੂਜੀ ਲਾਈਨ ਹੈ। ਹੁਣ ਅੰਦਾਜ਼ਾ ਲਾ ਲਓ ਵੀ ਜਿਹੜਾ ਮੁxtਲਿਫ ਲੋਕਾਂ ਕੋਲ ਲਿਆ ਹੈ ਤੇ ਇਹ ਚੈੱਕ ਕਰੋ ਜੀ। ਹੁਣ ਇਹਦੇ ਵਿੱਚ ਕੋਈ 5% ਜਾਂ 10% ਤਾਂ ਲੱਗਦੀ ਪਈ ਪੋਟ, ਲੇਕਿਨ ਮੁੰਜੀ ਵੀ ਮੌਜੂਦ ਹੈ, ਚਾਵਲ ਵੀ ਮੌਜੂਦ ਨੇ। ਕਮ ਸੇ ਕਮ 70 ਤੋਂ 80 ਮਣ ਨਿਕਲ ਸਕਦਾ ਹੈ। ਅਗਰ ਇਹ 70-80 ਨਿਕਲ ਸਕਦਾ ਹੈ ਤੇ ਇਹ ਜਿਹੜੀ ਲੈਣ 5 ਕਿੱਲਿਆਂ ਦੀ ਆ, ਜਿਹੜੇ 8 ਕਿੱਲਿਆਂ ਦੀ ਹੈ, ਇਹ ਕਿਉਂ ਨਹੀਂ ਨਿਕਲਦੀ ਪਈ? ਉਹਦਾ ਕੱਦ ਵੀ ਜ਼ਿਆਦਾ ਹੈ, ਨਾਲ ਦਾਈ ਵੀ ਨਹੀਂ ਲੱਗਾ। ਇਹਦਾ ਕੱਦ ਵੀ ਮੱਠਾ ਹੈਗਾ ਤੇ ਦਾਈ ਵੀ ਨਾਲ ਕੱਦ ਵੀ ਪੂਰਾ ਹੈ। ਹਾਂਜੀ ਪੂਰਾ ਜੀ। ਤੇ ਇਹਨੂੰ ਮਤਲਬ ਵੀ ਲੱਗ ਗਈ ਹੈ ਮੁੰਜਰ ਤੋਂ ਨਹੀਂ ਲੱਗੀ, ਲੇਕਿਨ ਚਾਵਲ ਮੌਜੂਦ ਹੋ ਗਿਆ। ਉਹਦੇ ਚਾਵਲ ਹੀ ਨਹੀਂ ਪਿਆ, ਬੱਚਾ ਮਾਰਾ ਗਿਆ ਪਹਿਲੇ ਹੀ ਨਿੱਕਾ ਹੀ। ਉਸ ਤੋਂ ਬਾਅਦ ਕਿਹੜਾ ਵੀ ਕੱਦ ਵੀ ਜ਼ਿਆਦਾ ਕਰ ਗਿਆ, ਪੋਟ ਦੀ ਪੋਟ ਖੜੀ ਮਾਰ ਵਾਸਤੇ ਲੋਕੀ ਵੱਢੀ ਜਾਂਦਾ ਹੈਗਾ। ਇਹਦੇ ਜੀ ਇਹ ਹੈਗਾ ਜੀ, ਖਾਦਾਂ ਵੀ ਤਾਂ ਵੱਧੇ ਹੀ ਆਉਂਦੀਆਂ ਨੂੰ। ਉਸ ਤੋਂ ਬਾਅਦ ਥੈਲੀਆਂ, ਸਪਰੇ, ਖਾਦ ਜੋ ਵੀ ਹੈਗਾ ਸਾਰਾ ਮਾਮਲਾ ਵੱਧਾ। ਟਰੈਕਟਰ ਇਹਨੂੰ ਉਹ ਵੀ ਵੱਧੇ ਜਾਂਦੇ ਨੂੰ। ਜ਼ਿਮੀਂਦਾਰ ਮਰ ਗਿਆ ਥਾਂ ਤੇ, ਅਗੂ ਠੇਕੇਦਾਰ ਉਹ ਵੀ ਮਰ ਗਿਆ ਥਾਂ ਤੇ। ਇਹ ਤੂੰ ਜ਼ਿਮੀਂਦਾਰ ਨੂੰ ਠੇਕਾ ਦੇਵਣ ਜੀ, ਅਗਰ ਆਦੇ ਪੂਰੇ ਕਰਨ ਹੈਗੇ ਕਿਹੜੇ ਪਾਸੇ ਜਾਵਣ ਹੈਗੇ। ਸ਼ਹਿਰ ਜਾਂਦੇ ਨੇ ਤਾਂ ਕੋਈ ਬੀ ਖਾਦ ਹਰ ਸ਼ੇ ਮਹਿੰਗੀ ਹੈਗੀ ਹੈ। ਜੋ ਟਰੈਕਟਰ ਨੇ ਤੋਂ ਵੀ ਰੇਟ ਵਧੇ ਜਾਂਦੇ ਨੇ। ਜਿਨਸ ਦਾ ਰੇਟ ਕੋਈ ਨਹੀਂ, ਜਿਨਸ ਦਾ ਥੱਲੇ ਡਿੱਗੇ ਪੈਣ ਰਾਂਦਾ ਪੋਟ ਹੋ ਗਿਆ ਇਹਨੂੰ। ਇਹਦਾ ਕੀ ਮਾਮਲਾ ਹੁਣ ਬਣੇਗਾ? ਤੇ ਦੋਸਤੋ ਸਿਰਫ 2-3 ਸਵਾਲ ਹੀ ਆਉਂਦੇ ਨੇ ਜ਼ੇਨ ਵਿੱਚ, ਜਿਹੜੇ ਸਾਰੇ ਦੋਸਤਾਂ ਦੇ ਜ਼ੇਨ ਵਿੱਚ ਮੌਜੂਦ ਨੇ। ਜਿੰਨੇ ਵੀ ਦੁਕਾਨਦਾਰ ਹੈਗੇ ਨੇ, ਹੁਣ ਉਹਨਾਂ ਇੱਕ ਹੀ ਕਸਮ ਖਾ ਲਈ ਵੀ ਆਪਾਂ ਇਕੱਠਾ ਹੀ ਆਖਣਾ ਵੀ ਗਰਮੀ ਪੈ ਗਈ। ਗਰਮੀ ਦੀ ਵਜ੍ਹਾ ਨਾਲ ਇਹ ਮੁੰਜੀ ਖਰਾਬ ਹੋ ਗਈ। ਇਹ ਮੈਨੂੰ ਦੱਸਣ ਵੀ ਜਿਨ੍ਹਾਂ ਦੇ 80 ਤੋਂ 110 ਤੱਕ ਨਿਕਲਦੇ ਪਏ ਨੇ, ਉਹਨਾਂ ਦੀ ਫਸਲ ਗਰਮੀ 'ਚ ਨਹੀਂ ਆਈ। ਉਹਨਾਂ ਦੀ ਫਸਲ ਗਰਮੀ 'ਚ ਹੀ ਆਈ ਹੈ। ਉਹਨਾਂ ਦੀ ਫਸਲ ਠੀਕ ਹੈ, ਉਹਨਾਂ ਦਾ ਜਿਹੜਾ ਬੀ ਹੈ ਉਹ 1 ਨੰਬਰ ਹੈ। ਤੇ ਜਿਨ੍ਹਾਂ ਦੇ ਬੀ ਇਸ ਤਰੀਕੇ 2 ਨੰਬਰ ਹੈ, ਉਹਦਾ ਰਿਜ਼ਲਟ ਆ ਤੁਹਾਡੇ ਸਾਹਮਣੇ। ਇਹ ਵੈਰਾਈਟੀ ਜਿਹੜੀ ਹੈ ਉਹਨਾਂ ਲਗਵਾਈ ਕਿਉਂ? ਉਹਨਾਂ ਨੂੰ ਪਤਾ ਸੀ ਵੀ ਅਗਰ ਇਹ ਗਰਮੀ 'ਚ ਨੁਕਸਾਨ ਦਿੰਦੀ ਹੈ ਜਾਂ ਗਰਮੀ ਦੀ ਵੈਰਾਈਟੀ ਨਹੀਂ ਹੈ, ਇਹ ਹੈ ਸਰਦੀ ਦੀ, ਫਿਰ ਸਰਦੀ 'ਚ ਲਗਵਾਉਂਦੇ। ਲੇਕਿਨ 4 ਸਾਲ 5 ਸਾਲ ਤੋਂ ਇਹ ਗਰਮੀ ਦੀ ਹੀ ਵੈਰਾਈਟੀ ਕਰਕੇ ਲਗਵਾਉਂਦੇ ਪਏ ਨੇ। ਇਸ ਵਾਰੀ ਵੀ ਗਰਮੀ ਦੀ ਹੀ ਵੈਰਾਈਟੀ ਕਰਕੇ ਉਹਨਾਂ ਲਗਵਾਈ ਹੈ। ਲੇਕਿਨ ਆਹ ਤੁਸੀਂ ਮੌਜੂਦਾ ਸੂਰਤ ਹਾਲ ਚੈੱਕ ਕਰ ਸਕਦੇ ਹੋ। ਇੰਝ 2-2 4-4 ਚਾਵਲ ਜਿਹੜੇ ਨੇ ਉਹ ਨਜ਼ਰ ਆਉਂਦੇ ਪੈ ਗਏ ਨੇ। ਬਾਕੀ ਸਾਰੀ ਜਿਹੜੀ ਮੁੰਜਰਾਂ ਬਿਲਕੁਲ ਖਾਲੀ ਹੈਗੀਆਂ ਨੇ ਤੇ ਇਹਨਾਂ ਕੰਪਨੀ ਵਾਲਿਆਂ ਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ। ਕਿਹੜਾ ਲੈ ਆਂਦਾ ਹੈ? ਹਾਂਜੀ। ਤੇ ਕਿੱਧਰ ਆਏ ਜੇ? ਆ ਦਾਈ ਵੱਢਣ ਆਏ ਆ। ਦਾਈ ਵੱਢਣ ਆਏ ਜੇ? ਹਾਂਜੀ। ਤੇ ਸੁਣਾਓ ਕਿੰਨੇ ਦਿਨਾਂ ਦੇ ਦਾਈ ਵੱਢਦੇ ਪਏ ਜੇ? ਇਹ ਤਾਂ ਫਾਇਦੇ ਹੋ ਗਏ ਤੇ 4 ਚਪੇਰੇ ਹੱਥ ਲੱਗੇ ਖੜੇ ਨੂੰ। ਜਿੱਧਰ ਜਾਣੇ ਉਹ ਆਂਦੇ ਸਾਡੇ ਵੱਡੋ, ਕੋਈ ਨਾ ਸਾਡੇ ਵੱਡੋ। ਮੋੜ ਉਹ ਇੱਕ ਅੱਛੇ ਹੀ ਆਪਣਾ, ਜਿੱਧਰ ਅੱਪੜ ਪੇ ਵਾੜ ਲਿਆਂਦੇ, ਕਦੇ ਦੂਏ ਕੱਚ ਵਾੜ ਲੈਂਦੇ, ਕਦੇ ਦੂਏ ਕੱਚ ਵਾੜ ਲਿਆਂਦੇ। ਸਾਰਿਆਂ ਨੂੰ ਰਾਜ਼ੀ ਕੀਤਾ ਜਾ? ਸਾਰਿਆਂ ਨੂੰ ਰਾਜੀ ਕੀਤੀ ਖੜੇ। ਤੇ ਕੀ ਬਣਿਆ ਫਿਰਦਾ ਜ਼ਿਮੀਂਦਾਰਾਂ ਦਾ? ਕਬਾੜਾ ਹੋਇਆ ਪਿਆ, ਕੀ ਹੋਣਾ? ਕਬਾੜਾ ਹੋ ਗਿਆ। ਹਾਂ, ਸਾਰੇ ਕੱਚੇ ਬਰੂ ਹੋਏ ਪਏ ਦਾਈ। ਕਰਲਾਟਾ ਪਿਆ ਖੜਾ, ਕੋਈ ਆ ਸਾਡੇ ਵੱਡੋ, ਕੋਈ ਸਾਡੇ ਵੱਡੋ। ਕਿੰਨੀਆਂ ਰੇੜੀਆਂ ਲੈ ਜਾਂਦੇ ਜੀ? ਰੇੜੀਆਂ 2 ਲੈ ਜਾਂਦੇ। 2 ਲੈ ਜਾਂਦੇ ਜੀ। ਕਿੰਨੇ ਜਾਨਵਰ ਨੂੰ? ਜਾਨਵਰ ਹੈ ਨਾ 8-10। 8-10 ਵਾਸਤੇ 2 ਰੇੜੇ ਰੋਜ਼ਾਨਾ ਪੱਕੇ ਨੇ ਤੁਹਾਡੇ? ਹਾਂਜੀ। ਤੇ ਜ਼ਮੀਂਦਾਰ ਹੁਣ ਖਾਲੀ ਜ਼ਮੀਨ ਕਰਕੇ ਕੀ ਲਗਾਵਣਗੇ? ਕੋਈ ਹੈ ਪਤਾ? ਹੁਣ ਦੱਸਦੇ ਦੱਸਣ ਦੇ। ਦਾਈ ਤੂੰ ਲਾ ਸਣ ਤੇ ਜਾਂ ਮਕਈ ਮਕਈ ਲੱਗਣੀ, ਹੋਰ ਕੀ ਲੱਗਣਾ? ਉਹ ਵੀ ਜਿਨ੍ਹਾਂ ਦੀ ਪੁੱਜ ਹੈ, ਜਿਨ੍ਹਾਂ ਦੀ ਪੁੱਜ ਨਹੀਂ, ਉਹ ਕਣਕ ਹੀ ਰਲੇਗੀ। ਵੇਲੀ ਪਈ ਰਹੀ ਸੀ। ਪੁੱਜ ਤਾਂ ਮੇਰਾ ਖਿਆਲ ਪੁੱਜ ਕੇ ਦੇਣ, ਅਗਲਾ ਸਰਮਾਤ ਲੱਗ ਗਿਆ ਮੁੰਜੀ ਦੀ ਤਿਆਰੀ ਤੇ ਹੁਣ ਵਿੱਚ ਚਾਵਲ ਕੋਈ ਨਹੀਂ। ਹੁਣ ਨਵੀਂ ਸਮੀ ਹੋਵੇਗੀ, ਕੋਈ ਕਸ਼ਾ ਆਦੀ ਜਾਂ ਕੋਈ ਡੰਗਰ ਵੇਚਣ ਤਾਂ ਲੱਗ ਸੀ, ਤਾਂ ਲੱਗੇਗੀ। ਤੇ ਤੁਹਾਡੀ ਜ਼ਿੰਦਗੀ 'ਚ ਇਸ ਤਰੀਕੇ ਅੱਗੇ ਕਦੀ ਹੋਇਆ? ਕੋਈ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ। ਕਿੰਨੀ ਉਮਰ ਹੋ ਗਈ ਤੁਹਾਡੀ? ਉਮਰ ਮੇਰੀ 40-45 ਸਾਲ ਤੋਂ ਹੋਵੇਗੀ। 45 ਸਾਲ ਹੋਵੇਗੀ। ਤੇ ਤੁਸੀਂ ਇਹ ਸੂਰਤ ਹਾਲ ਵੇਖਦੇ ਆਂਦੇ ਪਏ? ਇਹ ਅੱਜ ਹੀ ਵੇਖੀ ਐਵੇਂ, ਇਸ ਵੇਰੀ ਨਹੀਂ ਤਾਂ ਅੱਗੇ ਕੋਈ ਨਹੀਂ ਐਵੇਂ ਹੁੰਦਾ। ਮਤਲਬ ਜ਼ਿੰਦਗੀ 'ਚ ਤੁਹਾਨੂੰ ਇਸ ਤਰ੍ਹਾਂ ਦੀ ਫਸਲ ਇਸ ਸਾਲ ਹੀ ਵੇਖਣੀ ਨਸੀਬ ਹੋਈ ਹੈ? ਪਹਿਲੇ ਦਫਾ ਹੀ ਹੋਈ ਹੈ, ਨਹੀਂ ਤਾਂ ਅੱਗੇ ਕੋਈ ਨਹੀਂ ਐਵੇਂ ਹੁੰਦਾ। ਸਹੀ ਪੱਕਦੇ ਆ, ਸਹੀ ਚਾਂਦੇ ਆ। ਤੇ ਅਸ਼ਰਫ ਬਾਈ ਜਿਹੜੇ ਨੇ ਹੁਣ ਕਟਾਈ ਕਰਨ ਚੱਲੇ ਨੇ ਤੇ ਕਬਾੜਾ ਜੀ ਹੋ ਗਿਆ ਜ਼ਮੀਂਦਾਰਾਂ ਦਾ, ਕਿਸਾਨਾਂ ਦਾ। ਤੇ ਅਸ਼ਰਫ ਖਾਨ ਕਹਿੰਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਕੋਈ ਨਹੀਂ ਹੋਇਆ ਜੋ ਅਸੀਂ ਇਸ ਵਾਰੀ ਵੇਖਦੇ ਪਏ ਹਾਂ। ਅਸ਼ਰਫ ਖਾਨ ਵੀ ਹੁਣ ਪਸੰਦ ਕਰਦਾ ਪਿਆ। ਇਹ ਜੀ ਖਰਾਬ ਹੋਏ ਪਏ ਸਾਰੇ, ਵੇ ਤਾਂ ਮਾਲ ਵੀ ਨਹੀਂ ਖਾਣੇ। ਮਾਲ ਵੀ ਨਹੀਂ ਖਾਣਾ? ਮਾਲ ਵੀ ਨਹੀਂ ਖਾਣੇ।
ਹੋਰ ਇਹਨੂੰ ਕੀ ਖਰਾਬੀ ਆਈ ਪਈ ਹੈ? ਆ ਥੱਲੂ ਸਾਰੇ ਆ ਗਲੇ ਪਏ ਆ ਖਰਾਬ ਹੋਏ ਪਏ ਸਾਰੇ। ਹਾਂ ਸਹੀ ਹੋ ਗਿਆ। ਤੇ ਉਤਾ ਤੋਂ ਲੈ ਤੇ ਥੱਲੇ ਤੱਕ ਮੋੜ ਤਾਂ ਹੀ ਖਰਾਬ ਹੋਏ ਪਏ। ਇਹਨੂੰ ਜਾਨਵਰ ਵੀ ਨਹੀਂ ਖਾਂਦੇ। ਚਲੋ ਬਾਹਰ ਤੂੰ ਇੱਥੋਂ ਕਿਧਰ ਵੱਢ, ਉਹ ਸਾਈਡ ਤੇ ਵੱਲ ਖੜੇ ਨੇ, ਉਧਰੋਂ ਵੱਢ ਲੈ, ਖਾਲੀ ਨਾ ਜਾ। ਜਿਸ ਤਰੀਕੇ ਉਹ ਦੋਸਤ ਵੱਢ ਕੇ ਲਿਜਾਂਦਾ ਪਿਆ ਹੋਵੇ। ਇਹ ਨੇ ਨਾ ਕਿਰੂ ਹੈ ਸੂਤਰ ਤਾਂ ਵੱਢ ਲੈਣਾ, ਨਹੀਂ ਤਾਂ ਮੁੰਨਾ ਵੱਢਾਂਗੇ ਉੱਥੋਂ ਕਿਰੂ ਹੋਰ ਵੱਢ ਲਵਾਂਗੇ। ਮਤਲਬ ਆਪਸ਼ਨ ਹੈਗੇ ਨੇ। ਅੱਛਾ ਪਿਛਲੇ ਸਾਲ ਵੀ ਇਹ ਸੂਰਤ ਹਾਲ ਆਈ? ਪਿਛਲੇ ਸਾਲ ਕੁਛ ਵੀ ਨਹੀਂ ਸੀ। ਪਿਛਲੇ ਸਾਲ ਤਾਂ ਪਰਾਲੀ ਵੀ ਨਹੀਂ ਢੀਂਦੀ ਆਈ। ਪਰਾਲੀ ਵੀ ਨਹੀਂ ਢੀਂਦੀ, ਉਸਲੇ ਤਾਂ ਬੱਖੀ ਪੈਂਦੇ, ਇੱਕ ਦੂਜੇ ਸਿਰ ਪਾੜਦੇ ਆ ਪਰਾਲੀਆਂ ਤੋਂ। ਆਵਾਮ ਇੱਕ ਸਲਾਬ ਆਇਆ ਵਾ ਸੀ, ਇੱਕ ਸਲਾਬ ਆਇਆ ਵਾ। ਇਹ ਕੀ ਤਾਂ ਸਲਾਬ ਨਾਲ ਕਿੰਨੇ ਦਿਨਾਂ ਤੋਂ ਤੁਸੀਂ ਆ ਲੋਕਾਂ ਦੇ ਜਿਹੜੀ ਮੁੰਜੀ ਕੱਟ ਕੇ ਲਿਜਾ ਰਹੇ ਹੋ? 15-20 ਦਿਨ ਹੋ ਗਏ ਸਰ ਜੀ। 15-20 ਦਿਨ ਹੋ ਗਏ ਨੇ। ਹਾਂਜੀ। ਤੇ ਸੁਣਾਓ ਕੀ ਹਾਲਾਤ ਹੈ ਆਪਣੇ ਏਰੀਏ ਦਾ? ਮੁੰਜੀ ਸਾਰੀ ਇੰਜ ਹੈ ਜਾਂ ਕੁਝ ਕਿਸੇ ਜਗ੍ਹਾ ਤੇ ਠੀਕ ਵੀ ਹੈ? ਨਹੀਂ ਸਰ ਜੀ, ਕਿਧਰੇ ਹੈ ਵੀ ਕੋਈ 1-2 ਕਿੱਲੇ ਜਾਂ 3 ਕਿੱਲੇ ਵੱਧ ਤੋਂ ਵੱਧ ਇਹਨਾਂ ਵੀ ਖੜੇ ਹੋਣ ਠੀਕ ਨੇ। ਹਾਂਜੀ। ਤੇ ਬਾਕੀ ਸਰ ਜੀ ਮੈਂ ਬਰੂ, ਲੇਕਿਨ ਮੈਂ ਤਾਂ ਕਹਿੰਦਾ ਜ਼ਿਆਦਾਤਰ 20 ਹੈ ਵੀ ਜਿਹੜਾ ਨਾ ਵੀ 2 ਨੰਬਰ ਦਿੱਤਾ ਗਿਆ। 2 ਨੰਬਰ 20 ਦਿੱਤਾ ਗਿਆ ਤੁਹਾਡੇ ਮੁਤਾਬਕ? ਹਾਂਜੀ। ਪਿਛਲੇ ਸਾਲ ਵੀ ਇਸੇ ਤਰੀਕੇ ਹੀ ਆ? ਨਹੀਂ ਜੀ, ਪਿਛਲੇ ਸਾਲ ਬਹੁਤ ਅੱਛੀ ਫਸਲ ਹੋਈ ਹੈ। ਪਿਛਲੇ ਸਾਲ ਚੰਗੀ ਹੋਈ ਹੈ? ਚੰਗੀ ਹੋਈ ਹੈ ਜੀ। ਇਸ ਸਾਲ ਹੀ ਜ਼ਮੀਂਦਾਰਾਂ ਦਾ ਬੇੜਾ ਗਰਕ ਹੋਇਆ। ਹਾਂਜੀ। ਜਿਹੜਾ ਗਰੀਬ ਨੇ ਕੋਈ 1-2 ਕਿੱਲੇ ਠੇਕੇ ਤੇ ਲਈ ਵੀ, ਉਹ ਤਾਂ ਆਦੇ ਢੋਰ ਢੱਗਾ ਵੇਚਤੇ ਤੇ ਉਹ ਤਾਂ ਹੁਣ ਘਰਾਂ ਜਾਂਦਾ ਰਹੇ ਸੀ। ਤੇ ਜ਼ਿਮੀਂਦਾਰ ਜਿਹੜੇ ਨੇ ਉਹਨਾਂ ਨੂੰ ਮੁੜ ਮੀਆਂ ਉਹਨਾਂ ਨੂੰ ਵੀ ਨੁਕਸਾਨ ਤਾਂ ਹੋਇਆ। ਜ਼ਿਮੀਂਦਾਰ ਹੈ ਤੇ ਉਹਨੇ ਵੀ ਗਰੀਬ ਨਾਲ ਚੱਲਣਾ, ਗਰੀਬ ਹੈ ਤੇ ਉਹਨੇ ਵੀ ਜ਼ਿਮੀਂਦਾਰ ਨਾਲ ਚੱਲਣਾ। ਅੱਲਾ ਬਿਹਤਰ ਕਰਸੀ ਜੋ ਮੁੜ ਅੱਲਾ ਤਾਲਾ ਦੀ। 2 ਨੰਬਰ ਬੀ ਵਾਲਿਆਂ ਨੂੰ ਇਹ ਹੈ ਵੀ ਜਿਹੜਾ ਨੁਕਸਾਨ ਇਹਨਾਂ ਦਾ ਹੋਇਆ ਹੈ, ਕਮ ਸੇ ਕਮ ਅੱਧਾ ਤਾਂ ਦੇਣਾ ਚਾਹੀਦਾ ਨਾ। ਉਹਨਾਂ ਜੋ 2 ਨੰਬਰ ਬੀ ਦਿੱਤਾ ਹੈ, ਇਹਨਾਂ ਇੰਨੀ ਮਿਹਨਤ ਕੀਤੀ ਹੈ, ਇਹਨਾਂ ਵਾਸਤੇ ਜਿਹੜਾ ਨਾ ਵੀ ਕੁਛ ਆਮਦਨੀ ਹੋਣੀ ਚਾਹੀਦੀ। ਸਹੀ ਹੈ, ਲੇਕਿਨ ਹਕੂਮਤ ਕੋਈ ਨਹੀਂ ਹੈਗੀ। ਅਗਰ ਹਕੂਮਤ ਹੁੰਦੀ ਤੇ 2 ਨੰਬਰ 20 ਨਹੀਂ ਆਉਣੇ ਸਨ। ਹਾਂਜੀ। ਤੇ ਇਹਨਾਂ ਨੂੰ ਸਜ਼ਾ ਜਜ਼ਾ ਹੁੰਦੀ, ਲੇਕਿਨ ਅਫਸੋਸ ਜ਼ਮੀਂਦਾਰ ਦੀ ਆਵਾਜ਼ ਕੋਈ ਵੀ ਨਹੀਂ ਸੁਣਦਾ। ਬਿਲਕੁਲ। ਤੇ ਚੰਦ ਸਵਾਲ ਦੋਸਤੋ ਬੀ ਦੇ ਮੁਤਲਕ ਮੇਰੇ ਜ਼ਿਹਨ 'ਚ ਆਏ ਨੇ, ਮੈਂ ਆਪਣੇ ਵੀਰ ਭਰਾਵਾਂ ਨਾਲ ਸਾਂਝੇ ਕਰਦਾ ਚੱਲਾਂ। ਸਭ ਤੋਂ ਪਹਿਲੇ ਜਨਾਬ, ਜਿੰਨੀਆਂ ਵੀ ਕੰਪਨੀਆਂ ਵਾਲੇ ਹੈਗੇ ਨੇ ਬੀ ਵੇਚਣ ਵਾਲੇ, ਉਹ ਮੀਟਿੰਗਾਂ ਕਰਦੇ ਸਨ ਪਿੰਡਾਂ 'ਚ ਆ ਕੇ। ਤਾਂ ਉਹ ਕਹਿੰਦੇ ਸਨ ਵੀ ਕਣਕ ਤੋਂ ਫੌਰਨ ਬਾਅਦ ਤੁਸੀਂ ਇਹ ਸਾਡੇ ਬ੍ਰਾਂਡ ਲਾਓ, LP2 ਲਾਓ, LP18 ਲਾਓ, ਜਾਂ ਡਾਇਮੰਡ 103 ਲਾਓ, 109 ਲਾਓ। ਮੁਖਤਲਿਫ ਕੰਪਨੀ ਦੀਆਂ ਵੈਰਾਈਟੀਆਂ ਹੈਗੀਆਂ ਨੇ, ਹਰ ਕੰਪਨੀ ਦੀ ਆਪਣੀ ਆਪਣੀ ਵੈਰਾਈਟੀਆਂ ਨੇ। ਉਹ ਇੰਨੀਆਂ ਤਾਰੀਫਾਂ ਕਰ ਕਰਕੇ ਨਾ ਥੱਕ ਗਏ। ਤੇ ਹੁਣ ਉਹ ਕਹਿੰਦੇ ਨੇ ਇਹ ਬੀਜ ਜਿਹੜਾ ਇਹ ਹੈਗਾ ਸੀ ਠੰਡ ਦਾ, ਜ਼ਮੀਂਦਾਰਾਂ ਨੇ ਲਾ ਲਿਆ ਅਗੇਤਰਾ, ਤੇ ਇਹਦਾ ਇਹ ਨਤੀਜਾ ਹੋਇਆ ਹੈ। ਅਗਰ ਇਹਦਾ ਇਹ ਨਤੀਜਾ ਹੋਇਆ ਹੈ ਇਹ ਠੰਡ ਦਾ, ਤੇ ਉਹਨਾਂ ਗਰਮੀ 'ਚ ਲਗਵਾਇਆ ਕਿਉਂ? ਫਿਰ ਆ ਕੇ ਫਸਲ ਨੂੰ ਬਾਰ-ਬਾਰ ਚੈੱਕ ਕਰਦੇ ਸਨ, ਬਾਰ-ਬਾਰ ਕਹਿੰਦੇ ਸਨ ਫਲਾਣੀ ਦਵਾਈ ਲਾਓ, ਫਲਾਣੀ ਖਾਦ ਲਾਓ, ਫਲਾਣਾ ਸਪਰੇਅ ਕਰੋ। ਆਪਣੀ ਜ਼ਿਰੇ ਨਿਗਰਾਨੀ 'ਚ ਰੱਖਿਆ ਨੇ। ਲੇਕਿਨ ਜਦੋਂ ਹੁਣ ਇਹ ਬਣ ਗਏ ਰਿਪੋਰਟ ਚਾਵਲ ਨਹੀਂ ਪਿਆ, ਹੁਣ ਜਨਾਬ ਉਹਨਾਂ ਵਿਜ਼ਿਟ ਕਰਨੇ ਵੀ ਛੱਡ ਦਿੱਤੇ ਨੇ। ਤੇ ਦੂਜਾ ਸਵਾਲ ਇਹ ਵੀ ਪਿਛਲੇ ਸਾਲ ਤਕਰੀਬਨ 5000 ਦੀ ਜਿਹੜੀ ਬੁਕਿੰਗ ਹੈਗੀ ਸੀ ਸੀਡ 5000 ਏਕੜ ਦੀ, ਉਹ ਇਹਨਾਂ ਬਾਹਰੋਂ ਮੰਗਾਇਆ ਸੀ। ਲੇਕਿਨ ਇਸ ਵਾਰੀ ਜਿਹੜਾ ਕਿੱਲਾ ਲੱਗਾ ਹੈ 50000 ਤੇ ਬੁਕਿੰਗ ਇਹਨਾਂ ਦੀ ਤਕਰੀਬਨ 5 ਤੋਂ 10,000 ਹੈਗੀ ਸੀ। ਇੱਕ ਕੰਪਨੀ ਵਾਲੇ ਕੋਲ ਸਵਾਲ ਪੁੱਛਿਆ ਸੀ ਨੁਮਾਇੰਦੇ ਤੋਂ, ਉਹਨਾਂ ਕਿਹਾ ਜੀ ਤਕਰੀਬਨ 5 ਤੋਂ 10,000 ਥੈਲੇ ਦੀ ਬੁਕਿੰਗ ਹੈ। ਤੇ ਅਚਾਨਕ ਜਦੋਂ ਡਿਮਾਂਡ ਵਧੀ ਹੈ, ਕਿਉਂਕਿ ਪਿਛਲੀ ਵਾਰ ਰੇਟ ਜਿਹੜਾ ਹੈਗਾ ਸੀ 3 ਤੋਂ 4 ਲੱਖ ਹੋਇਆ ਸੀ, ਤੇ ਜਦੋਂ ਡਿਮਾਂਡ ਵਧੀ ਹੈ ਉਦੋਂ ਫਿਰ ਇਹਨਾਂ ਯਕਦਮ ਵੀ ਕਿਹੜੀ ਜਗ੍ਹਾ ਤੋਂ ਇੰਪੋਰਟ ਕੀਤਾ ਯਕਦਮ, ਕੋਈ ਉਹਦਾ ਕੋਈ ਸਬੂਤ, ਕੋਈ ਪ੍ਰੂਫ। ਤੇ ਤੀਜੇ ਨੰਬਰ ਤੇ ਜਨਾਬ ਮਹਿਕਮਾ ਜ਼ਰਾਅਤ ਤੇ ਸੀਡ ਕਾਰਪੋਰੇਸ਼ਨ, ਉਹ ਕਿੱਥੇ ਸੁੱਤੇ ਰਹੇ ਨੇ? ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਬਾਹਰੋਂ ਬੀ ਕਿਸ ਤਰੀਕੇ ਕੰਪਨੀਆਂ ਮੰਗਾਉਂਦੀਆਂ ਪਈਆਂ ਨੇ, ਕਿਉਂਕਿ ਰਜਿਸਟ੍ਰੇਸ਼ਨ ਕਰਦੇ ਹੈਗੇ ਨੇ। ਤੇ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਅਗਰ ਬੀ 2 ਨੰਬਰ ਲੱਭਿਆ ਤਾਂ ਕਿਸਾਨਾਂ ਦੀ ਢੂਹੀ ਟੁੱਟ ਜਾਸੀ। ਤੇ ਜ਼ਰਾਅਤ ਮੁਇਸ਼ਤ ਦੀ ਰੀੜ੍ਹ ਦੀ ਹੱਡੀ ਹੈ, ਤੇ ਇਹਨਾਂ ਬੀ ਵਾਲੇ ਕੰਪਨੀਆਂ ਨੇ ਜਿਹੜੀ ਹੈ ਮੁਇਸ਼ਤ ਦੀ ਰੀੜ੍ਹ ਦੀ ਹੱਡੀ ਤੇ ਨਾਲ ਕਿਸਾਨਾਂ ਦੀ ਢੂਹੀ ਉਹ ਤੋੜ ਦਿੱਤੀ ਹੈ। ਤੇ ਹੁਣ ਮੇਰਾ ਖਿਆਲ ਹੈ ਵੀ ਜ਼ਮੀਂਦਾਰਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਵੀ ਅਗਲੀ ਫਸਲ ਹੈ ਤੇ ਹੁਣ ਮੱਕੀ ਲਗਾ ਲਵਣ ਜਾਂ ਦੂਸਰਾ ਅੱਗੇ ਕਣਕ ਲਗਾਵਣਗੇ। ਲੇਕਿਨ ਮੇਰਾ ਖਿਆਲ ਹੈ ਜੇ ਅਗਰ ਕਣਕ ਜ਼ਮੀਂਦਾਰਾਂ ਨੇ ਲਗਾਈ ਤੇ ਪਿਛਲੀ ਵਾਰੀ ਕਣਕ ਦਾ ਜਿਹੜਾ ਹਾਲ ਹੋਇਆ ਵੀ ਪੰਜਾਬ ਹੁਕੂਮਤ ਖਰੀਦੀ ਨਹੀਂ, ਤੇ ਫਿਰ ਵੀ ਜ਼ਮੀਂਦਾਰ ਘਾਟੇ ਜਾਵੇਗਾ। ਤਾਂ ਲੱਗਦਾ ਹੈ ਵੀ ਜ਼ਮੀਂਦਾਰਾਂ ਨੂੰ ਜ਼ਮੀਨ ਹੋ ਸਕਦਾ ਵਿਹਲੀ ਰੱਖਣੀ ਪੈ ਜਾਵੇ, ਕਿਉਂਕਿ ਹੁਣ ਅਗਲੀ ਫਸਲ ਲਗਾਉਣ ਵਾਸਤੇ ਕਿਸਾਨਾਂ ਕੋਲ ਸਰਮਾਇਆ ਕੋਈ ਨਹੀਂ ਹੈਗਾ। ਹੁਣ ਉਹ ਵੇਚਣਗੇ ਤਾਂ ਕੋਈ ਢੋਰ ਡੱਗਾ ਵੇਚ ਕੇ ਨਾ ਝੁੰਡ ਛੁਡਾਉਣਗੇ। ਤੇ ਮੇਰਾ ਖਿਆਲ ਹੈ ਵੀ ਸਾਡੇ ਨਾਲ ਜ਼ੁਲਮ ਹੈ, ਜ਼ਿਆਦਤੀ ਹੈ, ਤੇ ਹਕੂਮਤ ਨੂੰ ਨੋਟਿਸ ਲੈਣਾ ਚਾਹੀਦਾ ਹੈ। ਖਾਲੀ ਗੱਲ ਨੋਟਿਸ ਤੇ ਨਾ ਰਵੇ, ਅਮਲ ਦਰਾਮਦ ਵੀ ਹੋਵੇ। ਤੇ ਇਹਨਾਂ ਕੰਪਨੀਆਂ ਸੀਡ ਵਾਲੀਆਂ ਨੂੰ, ਸੀਡ ਕੰਪਨੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਨਾ ਸਜ਼ਾ ਦਿੱਤੀ ਜਾਵੇ, ਤੇ ਇਹਨਾਂ 'ਤੇ ਜੁਰਮਾਨੇ ਆਇਦ ਕੀਤੇ ਜਾਵਣ। ਤੇ ਅਗਰ ਵੀ ਕੋਈ ਵੀ ਕੰਪਨੀ ਵਾਲਾ ਇਤਰਾਜ਼ ਕਰੇ ਵੀ ਕਹਿੰਦੇ